ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ ਸੈਕਿੰਡ ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਰਿਲੇਟਡ ਜੋ ਵੀ ਇੰਪੋਰਟੈਂਟ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀ ਕਰੰਟ ਅਫੇਅਰਸ ਦੀ ਇੱਕ ਕਲਾਸ ਆਲਰੇਡੀ ਅਪਲੋਡ ਹੋ ਚੁੱਕੀ ਹੈ, ਜਿਹਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਿਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇੱਕ ਮੈਂ ਤੁਹਾਨੂੰ ਸੁਜੈਸਟ ਕਰਦਾ ਕਿ ਤੁਸੀਂ ਆਪਣਾ ਨਾਲ ਕਾਪੀ ਪੈਨ ਜ਼ਰੂਰ ਚੱਕ ਕੇ ਰੱਖੋ, ਇੱਕ ਇੱਕ ਕਰੰਟ ਅਫੇਅਰ ਨੂੰ ਨੋਟ ਕਰਦੇ ਜਾਓ, ਠੀਕ ਹੈ ਜੀ। ਜਿੰਨੇ ਵੀ ਮੈਂ ਫੈਕਟ ਕਲੀਅਰ ਕਰਵਾ ਰਿਹਾ, ਠੀਕ ਹੈ ਜੀ, ਤਾਂ ਉਹ ਸਾਰੇ ਤੁਸੀਂ ਨੋਟ ਕਰਦੇ ਜਾਓ, ਕਿਉਂਕਿ ਸਿਰਫ ਵੀਡੀਓ ਦੇਖਣ ਨਾਲ ਤੁਹਾਡੇ ਕਰੰਟ ਅਫੇਅਰ ਯਾਦ ਨਹੀਂ ਹੋਣੇ। ਆਪਣੇ ਨੋਟਸ ਖੁਦ ਬਣਾਓ ਅਤੇ ਵਾਰ-ਵਾਰ ਇਹਨਾਂ ਨੂੰ ਰਿਵਾਈਜ਼ ਕਰੋ। ਅਤੇ ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਇੱਕ ਵੀ ਕਰੰਟ ਅਫੇਅਰ ਫਾਲਤੂ ਨਹੀਂ ਮਿਲੇਗਾ। ਜਿਹੜੇ ਕਰੰਟ ਅਫੇਅਰ ਦੇ 99% ਚਾਂਸ ਨੇ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ, ਸਿਰਫ ਉਹ ਕਰੰਟ ਅਫੇਅਰ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਅਤੇ ਇੱਕ ਆਪਣਾ ਜਿਹੜਾ ਸੈਸ਼ਨ ਹੈ ਇਹ ਰੈਂਡਮਲੀ ਹੈ, ਇਹ ਆਪਾਂ ਮੰਥਲੀ ਨਹੀਂ ਕਰ ਰਹੇ, ਇਹ ਰੈਂਡਮਲੀ ਹੈ, ਜਿਹਦੇ ਵਿੱਚ ਆਪਾਂ ਪ੍ਰੀਵੀਅਸ 6 ਮੰਥ ਦੇ ਕਰੰਟ ਅਫੇਅਰ ਵੀ ਕਵਰ ਕਰਾਂਗੇ ਅਤੇ ਜਿਹੜੇ ਕਰੰਟ ਅਫੇਅਰ ਨਿਊਜ਼ ਦੇ ਵਿੱਚ ਚੱਲ ਰਹੇ ਨੇ ਉਹ ਵੀ ਕਵਰ ਕਰਾਂਗੇ, ਠੀਕ ਹੈ ਜੀ। ਆਪਾਂ ਸੀਰੀਜ਼ ਵਾਈਜ਼ ਚੱਲਾਂਗੇ, ਬੇਸਿਕ ਟੂ ਮੋਡਰੇਟ ਚੱਲਾਂਗੇ, ਠੀਕ ਹੈ ਜੀ। ਤਾਂ ਬੇਸਿਕ ਜਾਣਕਾਰੀ ਤੋਂ ਲੈ ਕੇ ਮੋਡਰੇਟ ਵੱਲ ਆਪਾਂ ਜਾਵਾਂਗੇ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਵਾਈਸ ਚੀਫ ਆਫ ਇੰਡੀਅਨ ਨੇਵੀ, ਠੀਕ ਹੈ ਜੀ। ਤੁਹਾਨੂੰ ਆਰਮੀ, ਨੇਵੀ ਅਤੇ ਏਅਰ ਫੋਰਸ ਇਹਨਾਂ ਦੇ ਚੀਫ, ਵਾਈਸ ਚੀਫ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਪੁਆਇੰਟ ਨੇ ਇਹ। ਤਾਂ ਵਾਈਸ ਚੀਫ ਆਫ ਇੰਡੀਅਨ ਨੇਵੀ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਤਾਂ ਕੌਣ ਨੇ? ਉਹ ਨੇ ਸੰਜੇ ਜਸਜੀਤ ਸਿੰਘ, ਠੀਕ ਹੈ ਜੀ। ਸੰਜੇ ਜਸਜੀਤ ਸਿੰਘ, ਇਹਨਾਂ ਦਾ ਨਾਮ ਨੋਟ ਕਰ ਲਓ, ਠੀਕ ਹੈ ਜੀ। ਸੰਜੇ ਜਸਜੀਤ ਸਿੰਘ ਆਪਣੇ ਇੰਡੀਅਨ ਨੇਵੀ ਦੇ ਵਾਈਸ ਚੀਫ ਨੇ, ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਅਤੇ ਹੈੱਡਕੁਆਟਰ ਆਫ ਨੇਵੀ, ਨੇਵੀ ਦਾ ਹੈੱਡਕੁਆਟਰ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿੱਥੇ ਹੈ, ਤਾਂ ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਨੇਵੀ ਡੇ ਕਦੋਂ ਮਨਾਇਆ ਜਾਂਦਾ ਹੈ? ਇਹ ਮਨਾਇਆ ਜਾਂਦਾ 4 ਦਸੰਬਰ ਨੂੰ, ਠੀਕ ਹੈ ਜੀ। 4 ਦਸੰਬਰ ਨੂੰ ਆਪਣਾ ਨੇਵੀ ਡੇ ਸੈਲੀਬ੍ਰੇਟ ਕੀਤਾ ਜਾਂਦਾ, ਠੀਕ ਹੈ ਜੀ। ਤਾਂ ਇਹਦੇ ਚੀਫ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਚੀਫ ਕੌਣ ਨੇ? ਆਰ ਹਰੀ ਕੁਮਾਰ, ਠੀਕ ਹੈ ਜੀ। ਤਾਂ ਵਾਈਸ ਚੀਫ ਕੌਣ ਨੇ? ਸੰਜੇ ਜਸਜੀਤ ਸਿੰਘ। ਚੀਫ ਨੇ ਇਹਦੇ ਆਰ ਹਰੀ ਕੁਮਾਰ, ਇਹਦੇ ਬਾਰੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਹੈੱਡਕੁਆਟਰ ਦਾ ਨਿਊ ਦਿੱਲੀ ਹੈ। ਅੱਗੇ ਜਿੰਨੇ ਵੀ ਆਪਾਂ ਕਰੰਟ ਅਫੇਅਰ ਕਰਾਂਗੇ 99% ਦੇ ਜਿਹੜੇ ਹੈੱਡਕੁਆਟਰ ਨੇ ਉਹ ਨਿਊ ਦਿੱਲੀ ਦੇ ਵਿੱਚ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਨਵੀਂ ਦਿੱਲੀ ਦੇ ਵਿੱਚ ਬਹੁਤ ਹੈੱਡਕੁਆਟਰ ਨੇ, ਤਾਂ ਨੇਵੀ ਦਾ ਹੈੱਡਕੁਆਟਰ ਵੀ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ। ਤਾਂ ਇਹ ਸਾਰੇ ਪੁਆਇੰਟ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਿਓ ਅਤੇ ਵਾਰ-ਵਾਰ ਉਹਨੂੰ ਰਿਵਾਈਜ਼ ਕਰਨਾ, ਫਿਰ ਤੁਹਾਡੇ ਵਧੀਆ ਤਰੀਕੇ ਨਾਲ ਤੁਹਾਡੀ ਰਿਵੀਜ਼ਨ ਹੋਣੀ ਹੈ। ਤਾਂ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਪੇਪਰਾਂ ਦੇ ਵਿੱਚ ਡਾਇਰੈਕਟ ਕਰੰਟ ਅਫੇਅਰ ਦੇਖਣ ਨੂੰ ਮਿਲਣਗੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਨਿਊ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ। ਇਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕੀ ਕਹਿੰਦੇ ਹਾਂ? DCGI, ਠੀਕ ਹੈ ਜੀ। DCGI। ਤਾਂ ਇਹ ਕੌਣ ਨੇ? ਰਾਜਵੀਰ ਸਿੰਘ ਰਘੂਵੰਸ਼ੀ, ਠੀਕ ਹੈ ਜੀ। ਪੰਜਾਬੀ ਦੇ ਵਿੱਚ ਵੀ ਇਹਨੂੰ ਲਿਖ ਸਕਦੇ ਹੋ, ਰਾਜਵੀਰ ਸਿੰਘ ਰਘੂਵੰਸ਼ੀ ਨੇ ਇਹ ਆਪਣੇ ਨਿਊ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ। ਇਹਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, DCGI ਦੀ ਸ਼ਾਰਟ ਫਾਰਮ ਹੈ। ਤਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਕੌਣ ਨੇ? ਰਾਜਵੀਰ ਸਿੰਘ ਰਘੂਵੰਸ਼ੀ, ਠੀਕ ਹੈ ਜੀ। ਤਾਂ ਹੈੱਡਕੁਆਟਰ ਕਿੱਥੇ ਇਹਦਾ? ਨਵੀਂ ਦਿੱਲੀ ਦੇ ਵਿੱਚ। ਅਤੇ ਇਸਟੈਬਲਿਸ਼ਮੈਂਟ ਈਅਰ ਤੁਹਾਨੂੰ ਪੁੱਛਿਆ ਜਾ ਸਕਦਾ ਇਹਦਾ, ਤਾਂ ਉਹ ਹੈ ਆਪਣਾ 14 ਅਗਸਤ 2019, ਠੀਕ ਹੈ ਜੀ। 15 ਅਗਸਤ ਤੋਂ ਇੱਕ ਘਟਾ ਲਓ, 14 ਅਗਸਤ 2019 ਨੂੰ ਇਹਦੀ ਇਸਟੈਬਲਿਸ਼ਮੈਂਟ ਹੋਈ ਹੈ, ਇਹਦੀ ਸਥਾਪਨਾ ਹੋਈ ਹੈ। ਕਦੋਂ ਬਣੀ ਇਹ ਸੰਸਥਾ? 14 ਅਗਸਤ 2019 ਦੇ ਵਿੱਚ। ਤਾਂ DCGI, ਠੀਕ ਹੈ ਜੀ, ਬਹੁਤ ਇੰਪੋਰਟੈਂਟ ਸੰਸਥਾ। ਇਹਦੇ ਬਾਰੇ ਕੁਐਸਚਨ ਪਹਿਲਾਂ ਵੀ ਕਈ ਵਾਰ ਪੁੱਛੇ ਗਏ ਨੇ, ਤਾਂ ਇਹ ਤੁਹਾਡੇ ਯਾਦ ਹੋਣੀ ਚਾਹੀਦੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਨਿਊ CEO ਆਫ ਨੀਤੀ ਆਯੋਗ, ਠੀਕ ਹੈ ਜੀ। ਤਾਂ ਨੀਤੀ ਆਯੋਗ ਬਾਰੇ ਬਹੁਤ ਪੁੱਛਿਆ ਜਾਂਦਾ, ਠੀਕ ਹੈ ਜੀ। ਬਹੁਤ ਚਾਂਸ ਨੇ ਨੀਤੀ ਆਯੋਗ ਦੇ ਵਿੱਚੋਂ ਕੁਐਸਚਨ ਬਣਨ ਦੇ। ਤਾਂ CEO ਬਾਰੇ ਹੀ ਪੁੱਛਦੇ ਹੁੰਦੇ ਨੇ। ਤਾਂ ਕੌਣ ਨੇ? BVR ਸੁਬਰਾਮਣੀਅਮ, ਠੀਕ ਹੈ ਜੀ। BVR ਸੁਬਰਾਮਣੀਅਮ ਕੌਣ ਨੇ? ਇਹਦੇ ਨਿਊ CEO ਨੇ ਨੀਤੀ ਆਯੋਗ ਦੇ। ਇੱਕ ਤੁਹਾਨੂੰ ਨੀਤੀ ਆਯੋਗ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛੀ ਗਈ ਹੈ। ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ, ਠੀਕ ਹੈ ਜੀ। ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ ਨੀਤੀ ਆਯੋਗ ਦੀ ਫੁੱਲ ਫਾਰਮ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਬਹੁਤ ਵਾਰ ਪੁੱਛੀ ਗਈ ਹੈ ਇਹ। ਤਾਂ ਜਿਹੜੇ ਇਹਦੇ ਨੀਤੀ ਆਯੋਗ ਦੇ ਪ੍ਰੈਜ਼ੀਡੈਂਟ ਹੁੰਦੇ ਨੇ, ਤਾਂ ਉਹ ਕੌਣ ਹੁੰਦੇ ਨੇ? ਉਹ ਆਪਣੇ ਪ੍ਰਧਾਨ ਮੰਤਰੀ ਹੁੰਦੇ ਨੇ। ਜਿਵੇਂ ਕਿ ਇਹਦੇ ਪ੍ਰੈਜ਼ੀਡੈਂਟ ਹੁਣ ਕੌਣ ਨੇ? ਨਰਿੰਦਰ ਮੋਦੀ, ਠੀਕ ਹੈ ਜੀ। ਤਾਂ ਇਹਦਾ ਇਸਟੈਬਲਿਸ਼ਮੈਂਟ ਈਅਰ ਤੁਹਾਨੂੰ ਪੁੱਛਿਆ ਜਾ ਸਕਦਾ ਹੈ
1 ਜਨਵਰੀ 2015 ਨੂੰ ਇਹਦੀ ਸਥਾਪਨਾ ਹੋਈ ਹੈ, 1 ਜਨਵਰੀ 2015 ਨੂੰ। ਠੀਕ ਹੈ ਜੀ। ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ? ਉਹ ਹੈ ਨਵੀਂ ਦਿੱਲੀ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ 99% ਜਿਹੜੇ ਹੈੱਡਕੁਆਟਰ ਤੁਹਾਨੂੰ ਮਿਲਣਗੇ ਉਹ ਨਵੀਂ ਦਿੱਲੀ ਦੇ ਵਿੱਚ ਹੀ ਮਿਲਣਗੇ। ਤਾਂ ਜਿਹੜਾ ਨੀਤੀ ਆਯੋਗ ਦਾ ਹੈੱਡਕੁਆਟਰ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ। ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਇੱਕ ਇੱਕ ਪੁਆਇੰਟ ਤੁਸੀਂ ਨੋਟ ਕਰ ਲੈਣਾ ਕਾਪੀ ਦੇ ਉੱਤੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਨਿਊ ਨੇ ਆਪਣੇ, ਉਹਨਾਂ ਬਾਰੇ ਪੁੱਛਿਆ ਜਾ ਸਕਦਾ। ਕੌਣ ਨੇ? ਉਹ ਨੇ ਅਰੁਣ ਗੋਇਲ ਜੀ। ਠੀਕ ਹੈ ਜੀ। ਅਰੁਣ ਗੋਇਲ ਜੀ ਆਪਣੇ ਕੌਣ ਨੇ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਕਰੰਟ ਨੇ। ਤਾਂ ਅਰੁਣ ਗੋਇਲ। ਹੈੱਡਕੁਆਟਰ ਕਿੱਥੇ ਇਲੈਕਸ਼ਨ ਕਮਿਸ਼ਨ ਦਾ? ਤਾਂ ਇਹ ਆਪਣਾ ਨਵੀਂ ਦਿੱਲੀ ਦੇ ਵਿੱਚ। ਠੀਕ ਹੈ ਜੀ। ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਰੁਣ ਗੋਇਲ, ਹੈੱਡਕੁਆਟਰ ਨਿਊ ਦਿੱਲੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ DRDO। ਇਹਦੇ ਬਾਰੇ ਤੁਸੀਂ ਸੁਣਿਆ ਹੋਣਾ। ਠੀਕ ਹੈ ਜੀ। DRDO ਦੀਆਂ ਵੈਕੈਂਸੀਜ਼ ਵੀ ਆਉਂਦੀਆਂ ਹੁੰਦੀਆਂ ਜਿਹਦੇ ਵਿੱਚ ਬਹੁਤ ਬੱਚੇ ਐਨਰੋਲ ਕਰਦੇ ਨੇ। ਤਾਂ DRDO ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਠੀਕ ਹੈ ਜੀ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਹਦੀ ਫੁੱਲ ਫਾਰਮ ਹੈ। ਇਹਦੇ ਨਵੇਂ ਚੇਅਰਮੈਨ ਚੁਣੇ ਗਏ ਨੇ ਰੀਸੈਂਟਲੀ। ਕੌਣ ਨੇ? ਸਮੀਰ ਵੀ ਕਮਾਤ। ਠੀਕ ਹੈ ਜੀ। ਸਮੀਰ ਵੀ ਕਮਾਤ ਇਹਦੇ ਨਵੇਂ ਚੇਅਰਮੈਨ ਨੇ। ਇਹਨਾਂ ਬਾਰੇ ਪੁੱਛਿਆ ਜਾ ਸਕਦਾ। ਬਹੁਤ ਇੰਪੋਰਟੈਂਟ ਸੰਸਥਾ ਇਹ। ਹੈੱਡਕੁਆਟਰ ਕਿੱਥੇ ਇਹਦਾ? ਨਵੀਂ ਦਿੱਲੀ ਦੇ ਵਿੱਚ। ਅਤੇ ਇਸਟੈਬਲਿਸ਼ਮੈਂਟ ਈਅਰ ਦਾ ਤੁਹਾਨੂੰ ਪੁੱਛਿਆ ਜਾ ਸਕਦਾ 1958। ਠੀਕ ਹੈ ਜੀ। 1958 ਦੇ ਵਿੱਚ ਆਪਣੀ DRDO ਬਣੀ ਸੀ। ਠੀਕ ਹੈ ਜੀ। ਤਾਂ DRDO ਦਾ ਇਸਟੈਬਲਿਸ਼ਮੈਂਟ ਈਅਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ 1958। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ NHAI। ਬਹੁਤ ਇੰਪੋਰਟੈਂਟ ਸੰਸਥਾ ਹੈ, ਬਹੁਤ ਵਾਰ ਇਹ ਕਰੰਟ ਦੇ ਵਿੱਚ ਆਉਂਦੀ ਹੈ, ਕਰੰਟ ਅਫੇਅਰਸ ਦੇ ਵਿੱਚ। NHAI ਆਪਾਂ ਸਿਰਫ ਜਿਹੜੇ ਇਹ ਕਰੰਟ ਅਫੇਅਰ ਹੁੰਦੇ ਨੇ ਇਹ ਉਹ ਡਿਸਕਸ ਕੀਤੇ ਜਾਂਦੇ ਨੇ ਜਿਹਦੇ ਵਿੱਚ ਕੁਛ ਰੀਸੈਂਟਲੀ ਹੋਇਆ। ਠੀਕ ਹੈ ਜੀ। ਉਹ ਕਰੰਟ ਅਫੇਅਰ ਡਿਸਕਸ ਕੀਤੇ ਜਾਂਦੇ ਨੇ। ਪ੍ਰੀਵੀਅਸ 6 ਮੰਥ ਦੇ ਵਿੱਚ ਜੋ ਵੀ ਹੋਇਆ ਉਹ ਆਪਾਂ ਇਹਦੇ ਵਿੱਚ ਤੁਹਾਡਾ ਸਾਰਾ ਕਵਰ ਕਰਵਾ ਰਹੇ ਹਾਂ, ਇੱਕ ਇੱਕ ਪੁਆਇੰਟ। ਠੀਕ ਹੈ ਜੀ। ਇਹ ਨਹੀਂ ਕਿ ਆਪਾਂ ਸਿਰਫ 15 ਕਰੰਟ ਅਫੇਅਰ ਹੀ ਡਿਸਕਸ ਕਰਾਂਗੇ। ਇਹਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ, ਇਹਨਾਂ ਦੇ ਇਸਟੈਬਲਿਸ਼ਮੈਂਟ ਈਅਰ, ਇਹਨਾਂ ਦੇ ਹੈੱਡਕੁਆਟਰ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਠੀਕ ਹੈ ਜੀ। ਤਾਂ NHAI ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਠੀਕ ਹੈ ਜੀ। ਜਿੰਨੀਆਂ ਵੀ ਆਪਣੇ ਹਾਈਵੇਜ਼ ਬਣਦੀਆਂ ਨੇ ਤਾਂ ਇਹਨਾਂ ਦੇ ਅੰਡਰ ਬਣਦੀਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਤਾਂ ਇਹਦੇ ਨਵੇਂ ਚੇਅਰਮੈਨ ਚੁਣੇ ਗਏ ਨੇ ਸੰਤੋਸ਼ ਕੁਮਾਰ ਯਾਦਵ। ਠੀਕ ਹੈ ਜੀ। ਸੰਤੋਸ਼ ਕੁਮਾਰ ਯਾਦਵ ਉਹਨਾਂ ਦਾ ਨਾਮ ਹੈਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਵੇਂ ਚੇਅਰਮੈਨ ਸੰਤੋਸ਼ ਕੁਮਾਰ ਯਾਦਵ। ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ। ਇਸਟੈਬਲਿਸ਼ਮੈਂਟ ਈਅਰ ਤੁਹਾਨੂੰ ਪੁੱਛਿਆ ਜਾ ਸਕਦਾ 1988 ਦੇ ਵਿੱਚ ਇਹ ਸੰਸਥਾ ਬਣੀ ਹੈ NHAI। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਫਸਟ ਵੂਮੈਨ ਪ੍ਰੈਸੀਡੈਂਟ ਆਫ IOA। ਠੀਕ ਹੈ ਜੀ। ਕਿਉਂਕਿ ਜਦੋਂ ਕੋਈ ਵੀ ਵੂਮੈਨ ਪ੍ਰੈਸੀਡੈਂਟ ਪਹਿਲੀ ਵਾਰ ਬਣਦੀ ਹੈ ਤਾਂ ਉਹਦੇ ਬਾਰੇ ਕੁਐਸਚਨ ਬਣਨ ਦੀ 99% ਸੰਭਾਵਨਾ ਬਣ ਜਾਂਦੀ ਹੈ। ਠੀਕ ਹੈ ਜੀ। ਤਾਂ ਫਸਟ ਵੂਮੈਨ ਪ੍ਰੈਸੀਡੈਂਟ ਆਫ IOA ਦੀ ਫੁੱਲ ਫਾਰਮ ਕੀ ਹੈ? ਇੰਡੀਅਨ ਓਲੰਪਿਕ ਐਸੋਸੀਏਸ਼ਨ। ਜਿਹੜੀਆਂ ਆਪਣੀਆਂ ਓਲੰਪਿਕਸ ਗੇਮਸ ਹੁੰਦੀਆਂ ਨੇ, ਓਲੰਪਿਕ ਗੇਮਸ ਹੁੰਦੀਆਂ ਨੇ, ਉਹਨਾਂ ਦੀ ਪ੍ਰੈਸੀਡੈਂਟ ਹੈ ਇਹ। ਇੰਡੀਆ ਦੀ ਜਿਹੜੀ ਆਪਣੀ ਸੰਸਥਾ ਬਣਾਈ ਹੈ IOA। ਠੀਕ ਹੈ ਜੀ। ਇਹਦੇ ਅੰਡਰ ਆਪਣੀਆਂ ਓਲੰਪਿਕ ਗੇਮਸ ਹੁੰਦੀਆਂ ਨੇ। ਤਾਂ ਇਹਦੀ ਜਿਹੜੀ ਨਵੀਂ ਪ੍ਰੈਸੀਡੈਂਟ, ਵੂਮੈਨ ਪ੍ਰੈਸੀਡੈਂਟ ਚੁਣੀ ਗਈ ਹੈ ਉਹ ਹੈ PT ਊਸ਼ਾ। ਠੀਕ ਹੈ ਜੀ। ਆਪਣੀ ਬਹੁਤ ਇੰਡੀਆ ਦੀ ਬਹੁਤ ਤਗੜੀ ਪਲੇਅਰ ਹੈ PT ਊਸ਼ਾ। ਤਾਂ ਹੈੱਡਕੁਆਟਰ ਇਹਦਾ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ। ਇਸਟੈਬਲਿਸ਼ਮੈਂਟ ਈਅਰ ਹੈ ਜਿਹੜਾ ਇਹਦਾ 1927 ਦੇ ਵਿੱਚ ਇਹ ਸੰਸਥਾ ਬਣੀ ਸੀ IOA, ਇੰਡੀਅਨ ਓਲੰਪਿਕ ਐਸੋਸੀਏਸ਼ਨ। ਠੀਕ ਹੈ ਜੀ। ਇਹਦੇ ਬਾਰੇ ਇੱਕ ਇੱਕ ਪੁਆਇੰਟ ਤੁਸੀਂ ਨੋਟ ਕਰ ਲੈਣਾ। ਇਹਨਾਂ ਬਾਰੇ ਪੁੱਛਿਆ ਜਾਂਦਾ। ਇਹ ਸੰਸਥਾਵਾਂ ਸਾਰੀਆਂ ਜਿੰਨੀਆਂ ਵੀ ਮੈਂ ਤੁਹਾਨੂੰ ਡਿਸਕਸ ਕਰਵਾ ਰਿਹਾ ਇਹ ਬਹੁਤ ਇੰਪੋਰਟੈਂਟ ਨੇ। ਅਗਲਾ ਜਿਹੜਾ ਪੁਆਇੰਟ ਹੈ NHA, ਨੈਸ਼ਨਲ ਹੈਲਥ ਅਥਾਰਟੀ। ਠੀਕ ਹੈ ਜੀ। ਤਾਂ ਨਿਊ ਚੇਅਰਮੈਨ ਇਹਦੇ ਚੁਣੇ ਗਏ ਨੇ। ਕੌਣ? ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਦੇ ਨਵੇਂ ਚੇਅਰਮੈਨ ਬਣੇ ਨੇ NHA ਦੇ, ਨੈਸ਼ਨਲ ਹੈਲਥ ਅਥਾਰਟੀ ਦੇ। ਤਾਂ ਇਹਦੇ ਬਾਰੇ ਇਹ ਕੁਐਸਚਨ ਆਉਂਦਾ ਹੁੰਦਾ ਹੈ ਕਿ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਇਹ ਅਥਾਰਟੀ? ਇਹ ਆਉਂਦੀ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਠੀਕ ਹੈ ਜੀ। ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਆਉਂਦੀ ਹੈ ਇਹ ਨੈਸ਼ਨਲ ਹੈਲਥ ਅਥਾਰਟੀ। ਠੀਕ ਹੈ ਜੀ। ਤਾਂ ਐਸਟੈਬਲਿਸ਼ਮੈਂਟ ਈਅਰ ਇਹਦਾ ਕੀ ਹੈ? 2018 ਦੇ ਵਿੱਚ ਇਹ ਸੰਸਥਾ ਬਣੀ ਸੀ ਨੈਸ਼ਨਲ ਹੈਲਥ ਅਥਾਰਟੀ। ਇਹਦੇ ਬਾਰੇ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਹਾਕੀ ਇੰਡੀਆ। ਹਾਕੀ ਇੰਡੀਆ ਇੱਕ ਆਪਣੀ ਨਵੀਂ ਸੰਸਥਾ ਬਣੀ ਹੈ। ਹਾਕੀ ਇੱਕ ਵਾਰ ਆਪਣੀ ਅਲੋਪ ਹੋ ਗਈ ਸੀ, ਇੱਕ ਵਾਰ ਫਿਰ ਨਿਊਜ਼ ਦੇ ਵਿੱਚ ਆਉਣ ਲੱਗੀ ਹੈ, ਮਤਲਬ ਇੰਡੀਆ ਦੀ। ਤਾਂ ਹਾਕੀ ਇੰਡੀਆ ਇੱਕ ਆਪਣੀ ਨਵੀਂ ਸੰਸਥਾ ਬਣੀ ਹੈ। ਇਹਦੇ ਨਵੇਂ ਚੇਅਰਮੈਨ ਚੁਣੇ ਗਏ ਨੇ। ਕੌਣ? ਦਲੀਪ ਟਿਰਕੀ। ਠੀਕ ਹੈ ਜੀ। ਦਲੀਪ ਟਿਰਕੀ ਇਹਦੇ ਨਵੇਂ ਚੇਅਰਮੈਨ ਬਣੇ ਨੇ। ਹੈੱਡਕੁਆਟਰ ਕਿੱਥੇ? ਨਵੀਂ ਦਿੱਲੀ ਦੇ ਵਿੱਚ, ਹਾਕੀ ਇੰਡੀਆ ਦਾ। ਅਤੇ ਇਸਟੈਬਲਿਸ਼ਮੈਂਟ ਈਅਰ ਤੁਹਾਨੂੰ ਪੁੱਛ ਸਕਦੇ ਨੇ 2009 ਦੇ ਵਿੱਚ ਇਹ ਸੰਸਥਾ ਬਣਾਈ ਗਈ ਹੈ। ਠੀਕ ਹੈ ਜੀ। ਹਾਕੀ ਇੰਡੀਆ ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਜਿੰਨੀਆਂ ਵੀ ਸੰਸਥਾਵਾਂ ਬਣੀਆਂ ਨੇ ਉਹਨਾਂ ਦੇ ਇਸਟੈਬਲਿਸ਼ਮੈਂਟ ਈਅਰ, ਹੈੱਡਕੁਆਟਰ ਅਤੇ ਨਵੇਂ ਚੇਅਰਮੈਨ, ਇਹ ਤਿੰਨੋਂ ਫੈਕਟ ਤੁਹਾਡੇ ਆਪਾਂ ਕਲੀਅਰ ਕਰਵਾ ਰਹੇ ਹਾਂ। ਅਗਲੀ ਜਿਹੜੀ ਆਪਣੀ ਸੰਸਥਾ ਹੈ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ। ਠੀਕ ਹੈ ਜੀ। AIFF ਇਹਨੂੰ ਸ਼ਾਰਟ ਫਾਰਮ ਦੇ ਵਿੱਚ ਕਿਹਾ ਜਾਂਦਾ ਹੈ।
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ। ਇਹਦੇ ਚੇਅਰਮੈਨ ਚੁਣੇ ਗਏ ਨੇ ਕੌਣ? ਕਲਿਆਣ ਚੌਬੇ। ਠੀਕ ਹੈ ਜੀ, ਕਲਿਆਣ ਚੌਬੇ ਇਹਦੇ ਨਵੇਂ ਚੇਅਰਮੈਨ ਬਣੇ ਨੇ AIFF ਦੇ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਕਲਿਆਣ ਚੌਬੇ। ਠੀਕ ਹੈ ਜੀ, ਹੈੱਡਕੁਆਟਰ ਕਿੱਥੇ ਇਹਦਾ? ਨਵੀਂ ਦਿੱਲੀ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ 99% ਜਿਹੜੇ ਹੈੱਡਕੁਆਟਰ ਨੇ ਉਹ ਨਵੀਂ ਦਿੱਲੀ ਦੇ ਵਿੱਚ ਨੇ। ਇਹ ਤਾਂ ਤੁਹਾਡੇ ਆਟੋਮੈਟਿਕਲੀ ਯਾਦ ਹੋ ਜਾਣਾ। ਠੀਕ ਹੈ ਜੀ, ਇਸਟੈਬਲਿਸ਼ਮੈਂਟ ਈਅਰ ਇਹਦਾ ਕੀ ਹੈ? 1937 ਦੇ ਵਿੱਚ ਇਹ ਸੰਸਥਾ ਬਣੀ ਸੀ। ਠੀਕ ਹੈ ਜੀ, 1937 ਦੇ ਵਿੱਚ ਇਹ ਸੰਸਥਾ ਬਣੀ ਹੋਈ ਹੈ, ਬਹੁਤ ਪੁਰਾਣੀ ਸੰਸਥਾ ਹੈ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਨੇ, ਇਹਦੇ ਬਾਰੇ ਕਰੰਟ ਦੇ ਵਿੱਚ ਆਉਂਦਾ ਹੀ ਆਉਂਦਾ। ਠੀਕ ਹੈ ਜੀ, ਤਾਂ ਜਿੰਨੇ ਵੀ ਗੇਮਸ ਦੇ ਨਾਲ ਰਿਲੇਟਡ ਹੁੰਦੀਆਂ, ਓਲੰਪਿਕਸ ਦੇ ਨਾਲ ਜਾਂ ਆਪਣਾ G20 ਸਮਿਟ ਹੋ ਕੇ ਹਟਿਆ ਉਹਦੇ ਨਾਲ ਤੁਹਾਨੂੰ ਰਿਲੇਟਡ ਕੁਐਸਚਨ ਆਉਣਗੇ, ਉਹ ਸਾਰੇ ਆਪਾਂ ਤੁਹਾਡੇ ਕਲੀਅਰ ਕਰਵਾਵਾਂਗੇ। ਇੱਕ ਵੀ ਫੈਕਟ, ਇੱਕ ਵੀ ਕਰੰਟ ਅਫੇਅਰ ਤੁਹਾਡਾ ਆਪਾਂ ਮਿਸ ਨਹੀਂ ਹੋਣ ਦਿੰਦੇ। ਠੀਕ ਹੈ ਜੀ, ਉਹਦਾ ਨਿਚੋੜ ਕੱਢ ਕੇ ਆਪਾਂ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ। ਤਾਂ ਕਰਕੇ ਮੈਂ ਕਹਿਣਾ ਕਿ ਸੋਮਵਾਰ ਤੋਂ ਸ਼ੁੱਕਰਵਾਰ ਆਪਣੇ ਜਿਹੜੇ ਸੈਸ਼ਨ ਹੈ ਉਹ ਅਪਲੋਡ ਹੋਇਆ ਕਰਨਗੇ ਸੁਬਾਹ 9 ਵਜੇ, ਸੋਮਵਾਰ ਤੋਂ ਸ਼ੁੱਕਰਵਾਰ ਕਰੰਟ ਅਫੇਅਰਸ ਦੇ। ਠੀਕ ਹੈ ਜੀ, ਤਾਂ ਤੁਸੀਂ ਸਾਰੇ ਸੈਸ਼ਨ ਅਟੈਂਡ ਕਰਿਓ ਅਤੇ ਕਾਪੀ ਦੇ ਉੱਤੇ ਨੋਟ ਕਰਿਓ, ਕਿਉਂਕਿ ਆਪਾਂ ਜ਼ਿਆਦਾ ਲੈਂਥੀ ਜਿਹੜੀ ਵੀਡੀਓ ਹੈ, ਲੈਂਥੀ ਵੀਡੀਓ ਉਹ ਨਹੀਂ ਬਣਾਉਂਦੇ। ਠੀਕ ਹੈ ਜੀ, ਕਿਉਂਕਿ ਲੈਂਥੀ ਵੀਡੀਓ ਬਣਾ ਕੇ ਬੋਰਿੰਗ ਹੋ ਜਾਂਦਾ। ਇੱਕ ਦਿਨ ਦੇ ਵਿੱਚ ਤੁਸੀਂ ਸਾਰੇ ਕਰੰਟ ਅਫੇਅਰ ਯਾਦ ਨਹੀਂ ਕਰ ਸਕਦੇ। ਜੇ ਆਪਾਂ 15 ਕਰੰਟ ਅਫੇਅਰ ਯਾਦ ਕਰਦੇ ਹਾਂ, 15 ਕਰੰਟ ਅਫੇਅਰਸ ਦੇ ਨਾਲ ਨਾਲ ਉਹਨਾਂ ਨਾਲ ਰਿਲੇਟਡ ਜਿਹੜੇ ਫੈਕਟ ਨੇ ਉਹ ਵੀ ਆਪਾਂ ਯਾਦ ਕਰਦੇ ਹਾਂ ਤਾਂ ਇਨਫ ਹੈ। ਠੀਕ ਹੈ ਜੀ, ਤਾਂ ਆਪਾਂ 15 ਕਰੰਟ ਅਫੇਅਰ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ, ਉਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ ਉਹ ਵੀ ਲੈ ਕੇ ਆਇਆ ਕਰਾਂਗੇ। ਤਾਂ 30 ਤੋਂ 35 ਆਪਾਂ ਕਰੰਟ ਅਫੇਅਰ ਕਵਰ ਕਰਿਆ ਕਰਾਂਗੇ। ਸਾਰੇ ਤੁਸੀਂ ਕਾਪੀ ਦੇ ਉੱਤੇ ਨੋਟ ਕਰਨੇ ਆ ਅਤੇ ਨਾਲ ਨਾਲ ਆਪਣੀ ਰਿਵੀਜ਼ਨ ਜ਼ਰੂਰ ਕਰਨੀ ਹੈ। ਠੀਕ ਹੈ ਜੀ, ਤਾਂ ਇਹ ਆਪਣਾ AIFF। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਸੈਂਟਰਲ ਵਿਜੀਲੈਂਸ ਕਮਿਸ਼ਨਰ ਆਫ ਇੰਡੀਆ। ਠੀਕ ਹੈ ਜੀ, ਵਿਜੀਲੈਂਸ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਸੈਂਟਰਲ ਵਿਜੀਲੈਂਸ ਕਮਿਸ਼ਨਰ ਆਫ ਇੰਡੀਆ, ਇਹਨਾਂ ਬਾਰੇ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਨੇ ਆਪਣੇ ਸੁਰੇਸ਼ N ਪਟੇਲ। ਸੁਰੇਸ਼ N ਪਟੇਲ ਆਪਣੇ ਵਿਜੀਲੈਂਸ ਕਮਿਸ਼ਨਰ ਨੇਗੇ, ਜਿਹੜੇ ਨਵੇਂ ਨੇ ਕਰੰਟ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ। ਸੁਰੇਸ਼ N ਪਟੇਲ ਸੈਂਟਰਲ ਵਿਜੀਲੈਂਸ ਕਮਿਸ਼ਨਰ। ਹੈੱਡਕੁਆਟਰ ਕਿੱਥੇ ਹੈ ਵਿਜੀਲੈਂਸ ਦਾ? ਨਵੀਂ ਦਿੱਲੀ ਦੇ ਵਿੱਚ। ਇਸਟੈਬਲਿਸ਼ਮੈਂਟ ਕਦੋਂ ਹੋਈ ਹੈ? 1964 ਦੇ ਵਿੱਚ ਵਿਜੀਲੈਂਸ ਜਿਹੜੀ ਸੰਸਥਾ ਇਹ ਬਣੀ ਹੈ, 1964 ਦੇ ਵਿੱਚ। ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ UPSC। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ UPSC ਕੀ ਹੈ? ਇਹ ਆਪਣੀ ਇੱਕ ਕੌਨਸਟੀਟਿਊਸ਼ਨਲ ਬੋਡੀ ਹੈ। ਠੀਕ ਹੈ ਜੀ, ਇੱਕ ਸੰਵਿਧਾਨ ਦੇ ਵਿੱਚ ਇਹਦਾ ਮੈਂਸ਼ਨ ਆਉਂਦਾ, UPSC ਬਾਰੇ ਲਿਖਿਆ ਗਿਆ। ਠੀਕ ਹੈ ਜੀ, UPSC ਦੇ ਆਪਾਂ ਪੇਪਰ ਵੀ ਦਿੰਦੇ ਹਾਂ। ਠੀਕ ਹੈ ਜੀ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਇਹਦਾ ਫੁੱਲ ਫਾਰਮ। ਤਾਂ ਇਹਦੇ ਨਵੇਂ ਚੇਅਰਮੈਨ ਚੁਣੇ ਗਏ ਆ, ਉਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਡਾਕਟਰ ਮਨੋਜ ਸੋਨੀ। ਠੀਕ ਹੈ ਜੀ, ਡਾਕਟਰ ਮਨੋਜ ਸੋਨੀ ਇਹਦੇ ਨਵੇਂ ਚੇਅਰਮੈਨ ਨੇ UPSC ਦੇ, ਡਾਕਟਰ ਮਨੋਜ ਸੋਨੀ। ਅਤੇ ਇਹਦਾ ਹੈੱਡਕੁਆਟਰ ਕਿੱਥੇ? ਨਵੀਂ ਦਿੱਲੀ ਦੇ ਵਿੱਚ ਹੈ। ਇਸਟੈਬਲਿਸ਼ਮੈਂਟ ਈਅਰ ਇਹਦਾ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, 1 ਅਕਤੂਬਰ 1926 ਨੂੰ ਇਹ ਸੰਸਥਾ ਬਣੀ ਹੈ। 1 ਅਕਤੂਬਰ 1926 ਦੇ ਵਿੱਚ ਇਹ ਸੰਸਥਾ ਬਣੀ ਹੈ। ਇਹ ਤੁਸੀਂ ਇੱਕ ਇੱਕ ਪੁਆਇੰਟ ਇਹਦੇ ਬਾਰੇ ਨੋਟ ਕਰ ਲਿਓ, ਇਹਦੇ ਬਾਰੇ ਬਹੁਤ ਵਾਰ ਪੁੱਛਿਆ ਜਾਂਦਾ ਕਰੰਟ ਅਫੇਅਰਸ ਦੇ ਵਿੱਚ। ਠੀਕ ਹੈ ਜੀ, ਤਾਂ ਡਾਕਟਰ ਮਨੋਜ ਸੋਨੀ ਇਹਦੇ ਨਿਊ ਚੇਅਰਮੈਨ ਬਣੇ ਨੇ UPSC ਦੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਚੇਅਰਪਰਸਨ ਆਫ ਸੇਬੀ। ਸੇਬੀ ਬਾਰੇ ਵੀ ਕੁਐਸਚਨ ਬਹੁਤ ਆਉਂਦੇ ਨੇ। ਠੀਕ ਹੈ ਜੀ, ਇਹਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਤਾਂ ਇਹਦੇ ਜਿਹੜੇ ਨਵੇਂ ਚੇਅਰਮੈਨ ਬਣੇ ਨੇ, ਚੇਅਰਪਰਸਨ ਬਣੇ ਨੇ ਮਾਧਵੀਪੁਰੀ ਬੱਚ। ਮਾਧਵੀਪੁਰੀ ਬੱਚ ਜਾਂ ਬੁੱਚੇ ਨੂੰ ਕੁਛ ਵੀ ਕਹਿ ਸਕਦੇ ਹੋ ਤੁਸੀਂ, ਮਾਧਵੀਪੁਰੀ ਬੱਚ ਇਹਦੇ ਨਵੇਂ ਚੇਅਰਮੈਨ ਬਣੇ ਨੇ ਸੇਬੀ ਦੇ। ਸੇਬੀ ਬਾਰੇ ਕੁਐਸਚਨ ਆ ਸਕਦਾ। ਠੀਕ ਹੈ, ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਲਿਓ। ਸੇਬੀ ਦਾ ਜਿਹੜਾ ਹੈੱਡਕੁਆਟਰ ਹੈ ਇਹ ਮੁੰਬਈ ਦੇ ਵਿੱਚ ਹੈ, ਇਹ ਤੁਸੀਂ ਦਿੱਲੀ ਦੇ ਵਿੱਚ ਨਾ ਲਿਖਿਓ, ਇਹ ਮੁੰਬਈ ਦੇ ਵਿੱਚ ਇਹਦਾ ਹੈੱਡਕੁਆਟਰ। ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਹੈੱਡਕੁਆਟਰ ਮੁੰਬਈ, ਮਾਧਵੀਪੁਰੀ ਬੱਚ ਇਹਦੇ ਚੇਅਰਪਰਸਨ ਨੇ। ਅਤੇ ਇਸਟੈਬਲਿਸ਼ਮੈਂਟ ਈਅਰ ਇਹਦਾ 12 ਅਪ੍ਰੈਲ 1992 ਦੇ ਵਿੱਚ ਇਹ ਸੰਸਥਾ ਬਣੀ ਹੋਈ ਹੈ। ਠੀਕ ਹੈ ਜੀ, ਤਾਂ ਇਹਦੇ ਬਾਰੇ ਤੁਹਾਨੂੰ ਇੱਕ ਇੱਕ ਫੈਕਟ ਪਤਾ ਹੋਣਾ ਚਾਹੀਦਾ। ਸੇਬੀ ਬਾਰੇ ਤੁਹਾਨੂੰ ਪਤਾ ਹੈ, ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ ਨੇ, ਹਰ ਵਾਰ ਕੁਐਸਚਨ ਆਉਂਦੇ ਨੇ। ਤਾਂ ਇਹ ਜਿਹੜੇ ਆਪਣੇ ਕਰੰਟ ਅਫੇਅਰ ਨੇ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੋਨੋਂ ਟਾਈਪ ਦੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਬੇਸ਼ੱਕ ਇਹ ਸਿੰਪਲ ਹੈ ਬਟ ਤੁਹਾਨੂੰ ਪਤਾ ਫਿਰ ਵੀ ਹੋਣਾ ਚਾਹੀਦਾ। ਇੱਕ ਵੀ ਕਰੰਟ ਅਫੇਅਰ ਤੁਸੀਂ ਛੱਡਣਾ ਨਹੀਂ, ਕਿਉਂਕਿ ਆਪਾਂ ਸਿੰਪਲ ਤੋਂ ਸਿੰਪਲ ਆਪਾਂ ਉੱਥੇ ਗਲਤ ਕਰ ਆਉਂਦੇ ਹਾਂ ਅਤੇ ਮੋਡਰੇਟ ਸਿਰਫ ਆਪਣੇ ਮੋਡਰੇਟ ਯਾਦ ਹੁੰਦੇ ਨੇ। ਜੇਕਰ ਉਹਨਾਂ ਨੇ ਲੈਵਲ ਪੇਪਰ ਦਾ ਸਿੰਪਲ ਰੱਖਤਾ ਤਾਂ ਆਪਾਂ ਉੱਥੇ ਵੀ ਫਿਰ ਆਪਾਂ ਮਾਰ ਖਾ ਜਾਵਾਂਗੇ। ਠੀਕ ਹੈ ਜੀ, ਤਾਂ ਹਰ ਟਾਈਪ ਦਾ ਕੁਐਸਚਨ ਆਪਣਾ ਕਵਰ ਹੋਣਾ ਚਾਹੀਦਾ। ਤਾਂ RBI ਦੇ ਗਵਰਨਰ ਕੌਣ ਨੇ ਜਿਹੜੇ ਕਰੰਟ ਨੇ? ਉਹ ਨੇ ਸ਼ਕਤੀਕਾਂਤ ਦਾਸ। ਠੀਕ ਹੈ ਜੀ, ਤਾਂ ਹੈੱਡਕੁਆਟਰ ਕਿੱਥੇ RBI ਦਾ? ਰਿਜ਼ਰਵ ਬੈਂਕ ਆਫ ਇੰਡੀਆ, ਹੈੱਡਕੁਆਟਰ ਇਹਦਾ ਕਿੱਥੇ ਹੈ? ਮੁੰਬਈ ਦੇ ਵਿੱਚ। ਠੀਕ ਹੈ ਜੀ, ਇਹ ਬਹੁਤ ਪੁੱਛਿਆ ਜਾਂਦਾ। ਤਾਂ ਇੱਕ ਆਪਣਾ ਫੈਕਟ ਰਹਿ ਗਿਆ ਸੀ ਵਾਈਸ ਚੀਫ ਆਫ ਨੀਤੀ ਆਯੋਗ। ਚੀਫ ਤਾਂ ਆਪਾਂ ਨੂੰ ਪਤਾ ਹੈ। ਠੀਕ ਹੈ ਜੀ, ਤਾਂ ਵਾਈਸ ਚੀਫ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਸੁਮਨ ਕੇ ਬੈਰੀ। ਸੁਮਨ ਕੇ ਬੈਰੀ ਇਹਦੇ ਵਾਈਸ ਚੀਫ ਨੇ। ਠੀਕ ਹੈ ਜੀ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਆਪਣੇ 15 ਕਰੰਟ ਅਫੇਅਰ ਅੱਜ ਦੇ ਆਪਾਂ
ਕਵਰ ਕਰ ਲਏ ਨੇ। ਇਹਨਾਂ ਦੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਸੀ ਉਹ ਵੀ ਆਪਣੇ ਕਲੀਅਰ ਹੋ ਗਏ ਨੇ। ਠੀਕ ਹੈ ਜੀ, ਇਹਨਾਂ ਨੂੰ ਕਾਪੀ ਦੇ ਉੱਤੇ ਪਲੀਜ਼ ਨੋਟ ਕਰ ਲਿਓ। ਅਤੇ ਇੱਕ ਕਰੰਟ ਅਫੇਅਰ ਤੁਹਾਡੇ ਲਈ ਬਹੁਤ ਕੀਮਤੀ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਪੁੱਛੇ ਜਾਣਗੇ। 99% ਚਾਂਸ ਨੇ। ਮੈਂ ਬਹੁਤ ਮਿਹਨਤ ਕਰਕੇ ਇਹਨਾਂ ਦਾ ਪੂਰਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਲੈ ਕੇ ਆਇਆ ਮੈਂ ਇਹ ਕਰੰਟ ਅਫੇਅਰ। ਠੀਕ ਹੈ ਜੀ, ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਇਹਦੀ ਤਿਆਰੀ ਕਰਿਓ। ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਆਪਣੇ ਕਰੰਟ ਅਫੇਅਰ। ਠੀਕ ਹੈ ਜੀ, ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ। ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਅਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਵੇਂ ਲੱਗੀ ਵੀਡੀਓ। ਠੀਕ ਹੈ ਜੀ, ਤਾਂ ਤੁਹਾਡੀ ਤਿਆਰੀ ਕਿਵੇਂ ਹੋ ਰਹੀ ਹੈ ਆਪਣੀਆਂ ਵੀਡੀਓਜ਼ ਦੇ ਨਾਲ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।